ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਪੀਐਸ ਟੈਟ ਦਾ ਜਿਹੜਾ ਐਗਜ਼ਾਮ ਹੋ ਕੇ ਹਟਿਆ ਹੈ, ਠੀਕ ਹੈ ਜੀ, 2023 ਮਤਲਬ 12 ਮਾਰਚ ਨੂੰ ਜਿਹੜਾ ਪੇਪਰ ਹੋਇਆ ਸੀ, ਠੀਕ ਹੈ ਜੀ, ਆਪਾਂ ਉਹਦੀਆਂ ਜਿਹੜੀਆਂ ਆਨਸਰ ਕੀਜ਼ ਨੇ ਮੈਥਸ ਦੀਆਂ, ਠੀਕ ਹੈ, ਆਪਾਂ ਇਹਦੇ ਵਿੱਚ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ ਜੀ। ਭਾਵੇਂ ਸਾਨੂੰ ਪਤਾ ਹੈ ਕਿ ਜੀ ਪੇਪਰ ਜਿਹੜਾ ਕੈਂਸਲ ਹੋ ਚੁੱਕਾ ਹੈ, ਪਰ ਫਿਰ ਵੀ ਆਪਾਂ ਆਪਣੀ ਜਿਹੜੀਆਂ ਗਲਤੀਆਂ, ਸਾਡੇ ਜਿਹੜੇ ਐਰਰਸ ਐਗਜ਼ਾਮ ਦੇ ਵਿੱਚ ਹੋਏ ਸੀ, ਆਪਾਂ ਉਹਨਾਂ 'ਤੇ ਇੱਕ ਵਾਰ ਗੌਰ ਕਰਾਂਗੇ ਤਾਂ ਕਿ ਆਪਾਂ ਨੈਕਸਟ ਜਿਹੜਾ ਐਗਜ਼ਾਮ ਹੋਣਾ ਹੈ ਆਪਾਂ ਉਹਦੇ ਵਿੱਚ ਜਿਹੜੀ ਇਹ ਵਾਲੀ ਗਲਤੀਆਂ ਅਸੀਂ ਨਾ ਕਰੀਏ। ਸੋ ਮੈਨੂੰ ਉਮੀਦ ਹੈ ਤੁਸੀਂ ਵੀਡੀਓ ਦੇ ਅਖੀਰ ਤੱਕ ਜਿਹੜੇ ਬਣੇ ਰਹੋਗੇ। ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਇਸ ਚੈਨਲ 'ਤੇ ਜਿਹੜੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਸੋ ਪਹਿਲਾਂ ਆਪਾਂ ਦੇਖਦੇ ਹਾਂ ਜੀ ਫਸਟ ਕੁਐਸਚਨ ਜਿਹੜਾ ਹੈ, ਠੀਕ ਹੈ ਜੀ। ਆਪਾਂ ਵਿੱਚ ਕੁਐਸਚਨ ਜਿਹੜੇ ਕੁਝ ਆਪਾਂ ਸੋਲਵ ਕਰਕੇ ਵੀ ਦੇਖਾਂਗੇ, ਠੀਕ ਹੈ ਜੀ, ਤਾਂ ਕਿ ਸਾਨੂੰ ਜਿਹੜਾ ਆਈਡੀਆ ਜਿਹੜਾ ਜੇ ਥੋੜ੍ਹਾ ਜਿਹਾ ਹੋ ਜਾਵੇ, ਠੀਕ ਹੈ ਜੀ। ਸੋ ਜਿਹੜਾ ਪਹਿਲਾ ਕੁਐਸਚਨ ਸੀਗਾ ਕਿ ਦਾ ਮੀਨ weight of 60 student in class is 40 kg, the mean weight of boys is 50 while that of girls is 30, ਠੀਕ ਹੈ ਜੀ। ਫਾਈਂਡ ਦਾ ਨੰਬਰ ਆਫ ਗਰਲਸ ਇਨ ਦ ਕਲਾਸਰੂਮ, ਠੀਕ ਹੈ ਜੀ। ਸੋ ਇਹਦਾ ਜਿਹੜਾ ਸਹੀ ਆਨਸਰ ਸੀਗਾ ਜੀ, ਇਹ ਹੈਗਾ ਸੀਗਾ ਆਨਸਰ ਨੰਬਰ ਬੀ, ਠੀਕ ਹੈ ਜੀ। ਸੋ ਇੱਕ ਗੱਲ ਹੋਰ ਕਿ ਇੱਥੇ ਭਾਵੇਂ ਮੈਂ ਉੱਪਰ ਲਿਖਿਆ ਹੋਇਆ ਹੈ ਜਾਂ ਨਾ ਜੀ ਸੈੱਟ ਏ ਹੈ, ਠੀਕ ਹੈ ਜੀ, ਪਰ ਇਹਦੇ ਵਿੱਚ ਥੋੜ੍ਹੀ ਕਨਫਿਊਜ਼ਨ ਹੈ ਕਿ ਇਹਦੇ ਵਿੱਚ ਕੁਐਸਚਨ, ਕਿਉਂਕਿ ਇਸ ਵਾਰ ਤੁਹਾਨੂੰ ਪਤਾ ਹੈ ਕਿ ਕਈਆਂ ਨੂੰ ਤਾਂ ਜਿਹੜੇ ਇੱਕ ਸੈੱਟ ਦੇ ਵਿੱਚ ਤਾਂ ਸਿੱਧੇ ਕੁਐਸਚਨ ਆਏ ਨੇ, ਮਤਲਬ 91 ਤੋਂ ਜਿਹੜਾ ਹੈ 120 ਤੱਕ, ਹੈ ਨਾ। ਪਰ ਕਈ ਸੈੱਟਸ ਦੇ ਵਿੱਚ ਇੱਦਾਂ ਸੀਗਾ ਕਿ ਉਲਟ ਪੁਲਟ ਸੀਗੇ, ਹੈ ਨਾ, ਮਤਲਬ ਵਿੱਚ ਸਾਇੰਸ ਸੀਗੇ, ਵਿੱਚ ਮੈਥ ਦੇ, ਜੋ ਕਿ ਇੱਕ ਮੇਨ ਪ੍ਰੋਬਲਮ ਜੀ ਸੀਗੀ ਜਿਹਦੇ ਨਾਲ ਕਾਫੀ ਕਨਫਿਊਜ਼ਨ ਜਿਹੜੀ ਹੋਈ ਸੀ, ਠੀਕ ਹੈ। ਸੋ ਇਹਦੇ ਵਿੱਚ ਜਿਹੜੇ ਕੁਐਸਚਨ ਨੇ ਇਹਦੇ ਵਿੱਚ ਨੇ, ਠੀਕ ਹੈ। ਆਪਾਂ ਸਿਰਫ ਮੈਥ ਦੇ ਇਸ ਦੇ ਵਿੱਚ ਕਵਰ ਕੀਤਾ ਹੈ, ਠੀਕ ਹੈ। ਸੋ ਤੁਸੀਂ ਮਤਲਬ ਇਹ ਘਬਰਾਇਓ ਨਾ ਕਿ ਵੀ ਕਿ ਵਿੱਚ ਉਹ ਕੁਐਸਚਨ ਨੇ ਅਲੱਗ-ਅਲੱਗ, ਮਤਲਬ ਸਿਰਫ ਸੈੱਟ ਅਲੱਗ ਦਾ ਮਤਲਬ ਇਹ ਹੁੰਦਾ ਹੈ ਕਿ ਉਹਦੇ ਵਿੱਚ ਕੁਐਸਚਨ ਨੰਬਰਸ ਦਾ ਫਰਕ ਹੁੰਦਾ ਹੈ, ਠੀਕ ਹੈ ਜੀ। ਉੱਪਰ ਥੱਲੇ ਹੁੰਦੇ ਨੇ, ਕੁਐਸਚਨਸ ਸੇਮ ਹੀ ਹੁੰਦੇ ਆ, ਹੈ ਨਾ, ਬਸ ਨੰਬਰ ਬਸ ਉੱਪਰ ਥੱਲੇ ਹੁੰਦੇ ਆ। ਸੋ ਉਸ ਹਿਸਾਬ ਨਾਲ ਤੁਸੀਂ ਦੇਖ ਲਿਓ ਕਿ ਤੁਸੀਂ, ਹੈ ਨਾ, ਤੁਹਾਡੇ ਸੈੱਟ ਦੇ ਅਕੋਰਡਿੰਗ ਕਿਹੜਾ ਨੰਬਰ ਬਣਦਾ ਸੀ, ਠੀਕ ਹੈ ਜੀ। ਤੁਹਾਡੇ ਕੋਲ ਆਨਸਰ ਕੀ ਤਾਂ ਉਹ ਹੈ ਹੀ ਹੈ ਨਾ। ਸੋ ਤੁਸੀਂ ਆਪਣੇ ਹਿਸਾਬ ਨਾਲ ਉਹਦੇ ਵਿੱਚੋਂ ਦੇਖ ਸਕਦੇ ਹਾਂ, ਠੀਕ ਹੈ। ਸੋ ਆਪਾਂ ਹੁਣ ਦੇਖਦੇ ਹਾਂ, ਠੀਕ ਹੈ ਜੀ। ਸੋ ਪਹਿਲੇ ਦਾ ਆਨਸਰ ਸੀਗਾ ਜੀ ਆਪਸ਼ਨ ਨੰਬਰ ਬੀ। ਅੱਗੇ ਦੇਖਦੇ ਹਾਂ ਜੀ। ਅੱਗੇ ਸੀਗਾ ਕੁਐਸਚਨ ਜੀ ਕਿ ਇਨ ਅ ਕਲਾਸ ਆਫ 35 ਸਟੂਡੈਂਟ ਦਾ ਨੰਬਰ ਆਫ ਬੋਇਜ਼ ਇਜ਼ 2/5 ਆਫ ਦਾ ਗਰਲਸ, ਮਤਲਬ ਕੁੜੀਆਂ ਦਾ ਜਿਹੜਾ 2/5 ਹਿੱਸਾ ਹੈ ਉਹ ਜਿਹੜੇ ਹੈ ਬੋਇਜ਼ ਸੀਗੇ, ਠੀਕ ਹੈ। ਫਾਈਂਡ ਦਾ ਨੰਬਰ ਆਫ ਬੋਇਜ਼ ਇਨ ਅ ਕਲਾਸਰੂਮ, ਠੀਕ ਹੈ। ਅਤੇ ਵਿਦਿਆਰਥੀਆਂ ਦੀ ਇੱਕ ਜਮਾਤ ਵਿੱਚ ਲੜਕੀਆਂ ਦੀ ਗਿਣਤੀ ਕੁੜੀਆਂ ਦਾ 2/5 ਹੈ, ਕਲਾਸ ਵਿੱਚ ਮੁੰਡਿਆਂ ਦਾ ਪਤਾ ਕਰੋ, ਠੀਕ ਹੋ ਜੀ। ਇਹਦਾ ਤਾਂ ਬਹੁਤ ਇੱਕ ਮਤਲਬ ਜੇ ਇੱਕ ਇਹਦੇ ਦੋ ਤਰੀਕੇ ਨਾਲ ਅਸੀਂ ਇਹਨੂੰ ਸਮ ਕਰ ਸਕਦੇ ਸੀਗੇ, ਠੀਕ ਹੈ ਜੀ। ਜਿਹੜਾ ਪਹਿਲਾ ਹੈ ਉਹ ਤਾਂ ਅਸੀਂ ਇੱਦਾਂ ਕਰ ਸਕਦੇ ਹਾਂ ਕਿ ਸਾਨੂੰ ਪਤਾ ਹੈ ਕਿ ਟੋਟਲ ਕਿੰਨੇ ਆ, ਮਤਲਬ ਅਗਰ ਅਸੀਂ ਕਹੀਏ ਕਿ ਬੋਇਜ਼ ਪਲੱਸ ਗਰਲਸ ਟੋਟਲ ਕਿੰਨੇ ਆ ਜੀ 35, ਠੀਕ ਹੈ। ਸੋ ਇੱਥੇ ਇਹਨਾਂ ਨੇ ਸਾਨੂੰ ਇਹ ਕਿਹਾ ਆ ਕਿ ਜਿਹੜੇ ਬੋਇਜ਼ ਆ ਉਹ ਕਿੰਨੇ ਆ, ਮਤਲਬ 2/5 ਆਫ ਗਰਲਸ, ਕੁੜੀਆਂ ਦਾ ਜਿਹੜਾ 2/5 ਹਿੱਸਾ ਆ ਉਹ ਜਿਹੜੇ ਮੁੰਡੇ ਆ, ਠੀਕ ਹੈ ਜੀ। ਸੋ ਆਪਾਂ ਕੀ ਕਰ ਸਕਦੇ ਹਾਂ, ਇੱਥੇ ਆਪਾਂ ਬੋਇਜ਼ ਕਿਉਂਕਿ ਫਾਈਂਡ ਕਰਨੇ ਆ, ਆਪਾਂ ਕੀ ਕਰਾਂਗੇ, ਜੀ ਨੂੰ ਬੀ ਦੇ ਵਿੱਚ ਫਾਈਂਡ ਕਰ ਲਾਂਗੇ। ਸੋ ਇੱਥੋਂ ਜੀ ਅਗਰ ਅਸੀਂ ਫਾਈਂਡ ਕਰਾਂਗੇ ਤਾਂ ਜੀ ਕਿੰਨਾ ਆਏਗਾ ਜੀ 5b/2, ਹੈ ਨਾ। ਸੋ ਇੱਥੇ ਜੀ ਦੀ ਜਗ੍ਹਾ ਅਸੀਂ ਇਹੀ ਫਿਲ ਕਰ ਦਾਂਗੇ। ਦੇਖੋ ਕੀ ਬਣ ਜਾਏਗਾ, b ਪਲੱਸ ਇੱਕ ਮਿੰਟ, b ਪਲੱਸ 5b/2 ਇਜ਼ ਇਕੁਅਲ ਟੂ 35, ਠੀਕ ਹੈ ਜੀ, ਇਹੀ ਬਣੇਗਾ। ਸੋ ਇੱਥੋਂ ਜਦੋਂ ਅਸੀਂ ਸੋਲਵ ਕਰਾਂਗੇ, ਦੇਖੋ ਉੱਪਰ ਬਣ ਜਾਣਾ ਜੀ 7b/2 ਇਜ਼ ਇਕੁਅਲ ਟੂ 35, ਠੀਕ ਹੈ। 7b ਇਜ਼ ਇਕੁਅਲ ਟੂ 70 ਔਰ b ਇਜ਼ ਇਕੁਅਲ ਟੂ 10 ਆ ਜਾਏਗਾ। ਸੋ ਬੋਇਜ਼ ਜਿਹੜੇ ਕਿੰਨੇ ਆ ਜੀ 10 ਬੋਇਜ਼ ਆ, ਠੀਕ ਹੈ। ਸੋ ਇੱਦਾਂ ਜਿਹੜਾ ਕੱਢ ਕੇ ਸਾਡਾ ਆਨਸਰ ਆ ਸਕਦਾ ਹੈ, ਠੀਕ ਹੈ। ਬਾਕੀ ਜਿਹੜਾ ਆ ਇੱਕ ਦੂਸਰੇ ਤਰੀਕੇ ਨਾਲ ਵੀ ਅਸੀਂ ਇਹਦਾ ਆਨਸਰ ਜਿਹੜਾ ਕੱਢ ਸਕਦੇ ਸੀਗੇ ਓਪਸ਼ਨਸ ਨੂੰ ਦੇਖਦੇ ਹੋਏ। ਉਹ ਕਿ ਅਸੀਂ ਕਿਵੇਂ ਕਰ ਸਕਦੇ ਸੀਗੇ, ਦੇਖੋ ਜਿਵੇਂ ਕਿ 10 ਇਹਦੇ ਵਿੱਚ 10 ਬੋਇਜ਼ ਨੇ, ਕਿਉਂਕਿ ਆਪਸ਼ਨ ਬੋਇਜ਼ ਦੀਆਂ ਦਿੱਤੀਆਂ, ਠੀਕ ਹੈ। ਅਗਰ ਅਸੀਂ 10 ਨੂੰ ਬੋਇਜ਼ ਨੂੰ ਅਸੀਂ ਦੇਖੀਏ ਤਾਂ ਉਹ ਕਹਿ ਰਿਹਾ ਹੈ ਕਿ ਬੋਇਜ਼ ਕਿੰਨੇ ਹੋਣੇ ਚਾਹੀਦੇ ਆ ਜਿਹੜੇ ਆ ਗਰਲਸ ਦਾ 2/5। ਹੁਣ ਅਗਰ 10 ਜਿਹੜੇ ਬੋਇਜ਼ ਆ, ਠੀਕ ਹੈ, 35 ਦੇ ਵਿੱਚੋਂ, ਅਤੇ ਗਰਲਸ ਕਿੰਨੀਆਂ ਹੋਈਆਂ ਜੀ, ਗਰਲਸ ਹੋਈਆਂ 25। ਸੋ ਅਸੀਂ ਕੀ ਕਰਾਂਗੇ, 25 ਦਾ 2/5 ਕਰਕੇ ਦੇਖਾਂਗੇ। ਅਗਰ ਤਾਂ ਸਾਡਾ ਆਨਸਰ 10 ਹੈ ਤਾਂ ਮਤਲਬ ਬਿਲਕੁਲ ਸਾਡਾ ਆਨਸਰ ਸਹੀ ਹੈ। ਸੋ ਦੇਖੋ ਜਿਹੜਾ 25 ਦਾ
अगर असी 2/5 करिए तो 5 का 25 देखो 10 आ गया है ना। सो ਇਹਦਾ मतलब कि साडा ये भी आंसर बिल्कुल सही है। ठीक है, सो ਆਪਾਂ ਇਹਨੂੰ ਇੱਦਾਂ ਵੀ ਆਪਾਂ कर सकते सी। ठीक है जी, सो ਅੱਗੇ ਚੱਲਦੇ ਹਾਂ। अगला क्वेश्चन ਸੀਗਾ जी 93rd कि विच ऑफ द फॉलोइंग फार्मूला इज़ करैक्ट। इन्होंने विचों किहड़ा फार्मूला जिहड़ा आ वो करैक्ट सीगा। ठीक है जी, सो जिहड़ा इहदा सही ऑप्शन सीगा वो ऑप्शन नंबर जिहड़ा डी ऑप्शन बिल्कुल सही सीगा कि 3rd और 4th जिहड़ा कर्वड एरिया ऑफ कोन आ जी πr/l हुंदा, वॉल्यूम ऑफ सिलेंडर हुंदा πr² h। ठीक है, सो आह वाले उपर जिहड़ा आ ये दोने गलत से। ठीक है जी, सो अपना डी बिल्कुल सही है। 94th क्वेश्चन है जी विच ऑफ द फॉलोइंग स्टेटमेंट इज़ नॉट फॉल्स। ठीक है, हिंट लिखा विचों किहड़ा कथन गलत नहीं है। ठीक है, सो ये ध्यान रखना है कि इस बार बहुत ज़्यादा इन्होंने दा नोट फॉल्स जिहड़ा पुछया गया सीगा इन्होंने, है ना। सो इनू आपां जिहड़ा आ की करांगे। सो जिहड़ा इहदा सही आंसर सीगा ए ऑप्शन बिल्कुल सही सी, सिर्फ ए ही द नंबर एंड एल्जेब्रिक एक्सप्रैशन यूज टू फॉर्म अ प्रोडक्ट आर कॉल्ड फैक्टर। ठीक है, वो फैक्टर ही हुंदे आ। सो ए ऑप्शन जिहड़ा 94 दा जिहड़ा बिल्कुल सही सी। सो अगला क्वेश्चन सीगा जी 95, है ना, कि 1 ਦਾ क्यूब प्लस 2 ਦਾ क्यूब प्लस 3 ਦਾ क्यूब ਦੀ ਪਾਵਰ -5/2। ਸੋ ਇਹਦਾ ਜਿਹੜਾ ਆਨਸਰ, ਸੋ ਇਹਦਾ ਵੀ ਬਿਲਕੁਲ ਸੌਖੇ ਤਰੀਕੇ ਦੇ ਨਾਲ ਜਿਹੜਾ ਸਮ ਨਿਕਲ ਸਕਦਾ ਸੀ। ਦੇਖੋ ਇੱਥੇ ਕੀ ਲਿਖਿਆ ਇਹਨਾਂ ਨੇ, ਦੇਖੋ 1 ਦਾ क्यूब 2 ਦਾ क्यूब 3 ਦਾ क्यूब ਦੀ ਪਾਵਰ -5/2। ਦੇਖੋ 1 ਦਾ क्यूब और 2 ਦਾ क्यूब ਕਿੰਨਾ ਹੁੰਦਾ ਜੀ 8, 3 ਦਾ ਹੁੰਦਾ ਜੀ 27 और 1। ठीक है, इनू जो ऐड कर दें तो साढ़े को कितना बनता है 36 की पावर -5/2 बनती है। ठीक है, हुण देखो इनू असी 30 की पावर -5/2 का मतलब किद्दां है, असी इनू इदां लिख सकते हैं 1/36 की पावर 5/2। देखो अद्धा आंसर तो जिहड़ा साडा इत्थों ही निकल जाएगा। देखो ਇਹਦਾ ਆਨਸਰ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ 1/, ਦੀ ਫਾਰਮ 'ਚ ਆਵੇਗਾ। ਠੀਕ ਹੈ, ਸੋ ਆਪਸ਼ਨ ਦੇ ਵਿੱਚ ਸਿਰਫ ਫਸਟ ਆਪਸ਼ਨ ਹੀ ਇੱਦਾਂ ਦੀ ਹੈ ਜਿਹਦੇ ਵਿੱਚ 1/, ਦੇ ਵਿੱਚ ਆਨਸਰ ਹੈ, ਬਾਕੀ ਸਾਰੇ 2/, ਹੈ 1 2 3/, ਹੈ ਜਾਂ 21/। ਠੀਕ ਹੈ, ਸੋ ਅੱਧਾ ਸਾਡਾ ਆਨਸਰ ਇੱਥੋਂ ਹੀ ਨਿਕਲਿਆ ਆ ਕਿ ਸਾਡਾ ਆਨਸਰ ਕੀ ਹੈ ਆਪਸ਼ਨ ਨੰਬਰ ਏ। ਬਾਕੀ ਤੁਸੀਂ ਇਹਨੂੰ ਜਦੋਂ ਸੋਲਵ ਕਰਕੇ ਜਦੋਂ ਦੇਖੋਗੇ ਤਾਂ ਤੁਸੀਂ ਇਹਨੂੰ, ਜੇ ਮੈਂ ਤੁਹਾਨੂੰ ਦੱਸਾਂ ਤਾਂ ਦੇਖੋ 36 ਦੀ ਪਾਵਰ 5/2 ਹੈ ਨਾ। ਇਹਨੂੰ ਅਸੀਂ ਜੇ ਤੋੜ ਕੇ ਲਿਖੀਏ ਤਾਂ ਅਸੀਂ ਇਹਨੂੰ ਇੱਦਾਂ ਲਿਖ ਸਕਦੇ ਹਾਂ ਕਿ 36 ਦੀ ਪਾਵਰ 5 ਅਤੇ 1/2। ਠੀਕ ਹੈ, ਸੋ ਇਹਨੂੰ ਜਦੋਂ ਅਸੀਂ ਪੂਰਾ ਹੋਰ ਤਰ੍ਹਾਂ ਸੋਲਵ ਕਰਕੇ ਲਿਖਾਂਗੇ ਤਾਂ ਅਸੀਂ ਇਹਨੂੰ ਇੱਦਾਂ ਲਿਖ ਸਕਦੇ ਹਾਂ ਕਿ 1/36 ਦੀ ਪਾਵਰ 5 ਅਤੇ √ ਲਿਖ ਸਕਦੇ, ਕਿਉਂਕਿ 1/2 ਦਾ ਮਤਲਬ √ ਹੀ ਹੁੰਦਾ। ਠੀਕ ਹੈ, ਸੋ ਇਹਦੇ ਵਿੱਚੋਂ ਦੇਖੋ 5 ਆ ਮਤਲਬ ਪਾਵਰ 36 ਦੀ, ਹੈ ਨਾ। ਸੋ ਇਹਦੇ ਵਿੱਚੋਂ ਅਗਰ ਅਸੀਂ ਇਹਦੀ 4 ਦੇਖੀਏ ਤਾਂ ਇਹਦੇ ਵਿੱਚੋਂ 2 ਪੇਅਰ ਤਾਂ ਬਾਹਰ ਨਿਕਲ ਸਕਦੇ ਆ, ਹੈ ਨਾ। ਮਤਲਬ 36 × 36 ਆਪਾਂ ਜੀ ਇੱਥੇ ਥੋੜ੍ਹਾ ਸਾਫ਼ ਕਰਕੇ ਲਿਖ ਦਈਏ। ਠੀਕ ਹੈ, ਇੱਥੋਂ ਤਾਂ ਸਾਨੂੰ ਪਤਾ ਲੱਗ ਹੀ ਜਾਣਾ ਆਨਸਰ, ਹੈ ਨਾ। ਸੋ ਦੇਖੋ ਮਤਲਬ ਇਹਨੂੰ ਅਸੀਂ ਇੱਦਾਂ ਲਿਖ ਸਕਦੇ ਹਾਂ 1/ ਦੇਖੋ √ ਦੇ ਵਿੱਚ 5 ਆ, ਹੈ ਨਾ, ਅਤੇ ਇਹਦੇ ਵਿੱਚੋਂ ਅਸੀਂ 2 ਪੇਅਰ ਬਾਹਰ ਕੱਢ ਸਕਦੇ ਹਾਂ, ਮਤਲਬ 36 × 36 ਅਤੇ ਅੰਦਰ ਜਿਹੜਾ ਹੈ 1 ਰਹਿ ਜਾਣਾ, ਮਤਲਬ √ 36। √ 36 ਕਿੰਨਾ ਹੁੰਦਾ ਹੈ ਜੀ 6। ਠੀਕ ਹੈ, ਸੋ ਇਹਨੂੰ ਸੋਲਵ ਕਰਕੇ ਸਾਡਾ ਜਿਹੜਾ ਆਨਸਰ ਆ ਜਾਣਾ ਜੀ ਉਹ ਇਹ ਆਪਸ਼ਨ ਜਿਹੜਾ ਬਿਲਕੁਲ ਸਾਡਾ ਸਹੀ ਸੀ। ਠੀਕ ਹੈ ਜੀ, ਸੋ ਉਮੀਦ ਹੈ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ। ਠੀਕ ਹੈ, ਸੋ ਅਗਲਾ ਕੁਐਸਚਨ ਦੇਖਦੇ ਹਾਂ 96 ਕੁਐਸਚਨ ਦਾ ਜਿਹੜਾ ਸਹੀ ਆਨਸਰ ਹੈ 96 ਦਾ ਜਿਹੜਾ ਸਹੀ ਆਨਸਰ ਹੈ ਉਹ ਆਪਸ਼ਨ ਨੰਬਰ ਬੀ ਸੀ। ਦੇਖੋ ਕਿਵੇਂ ਆ, ਦੇਖੋ ਇਹ ਮੈਂ ਆਪਣੇ ਲੈਕਚਰ ਦੇ ਵਿੱਚ ਵੀ ਜਦੋਂ ਆਪਾਂ ਕੀਤੇ ਸੀਗੇ ਮੈਥਸ ਦੇ, ਉਹਦੇ ਵਿੱਚ ਮੈਂ ਇਹਦਾ ਤੁਹਾਨੂੰ ਇੱਕ ਫਾਰਮੂਲਾ ਲਿਖਾਇਆ ਸੀਗਾ ਕਿ E+2 ਕਿਹਦੇ ਬਰਾਬਰ ਹੁੰਦਾ ਹੈ ਜੀ V+F ਦੇ। ਠੀਕ ਹੈ, ਬਿਲਕੁਲ ਆਸਾਨੀ ਦੇ ਨਾਲ ਇਹ ਸਮ ਨਿਕਲ ਜਾਂਦਾ ਹੈ। ਠੀਕ ਹੈ ਜੀ, ਸੋ ਦੇਖੋ ਪਹਿਲਾ ਆਪਸ਼ਨ ਦੇ ਵਿੱਚ ਆਪਾਂ ਅਗਰ ਇਹਨੂੰ ਦੇਖੀਏ ਤਾਂ E ਕਿੰਨਾ ਸਾਡਾ 12, ਮਤਲਬ 12 + 2 ਕਿਹਦੇ ਬਰਾਬਰ ਆਉਣਾ ਚਾਹੀਦਾ ਹੈ V+F, ਹੈ ਨਾ। अगर मतलब A+ 6 ਦੇ ਬਰਾਬਰ ਆਉਣਾ ਚਾਹੀਦਾ ਹੈ। ਠੀਕ ਹੈ, ਸੋ ਅਗਰ ਅਸੀਂ ਇਹਨੂੰ ਦੇਖੀਏ, ਦੇਖੋ 14 = A+ 6, ਸੋ A ਕਿੰਨਾ ਆ ਜਾਂਦਾ ਹੈ ਜੀ 8। ਸੋ A 8 ਆ ਗਿਆ, ਸੋ ਪਹਿਲੀ ਸਿਰਫ ਸੈਕਿੰਡ ਆਪਸ਼ਨ ਦੇ ਵਿੱਚ ਹੀ A 8 ਹੈ। ਸੋ ਸਾਡਾ B ਆਪਸ਼ਨ ਜਿਹੜਾ ਬਿਲਕੁਲ ਸਹੀ ਹੋ ਗਿਆ। ਠੀਕ ਹੈ ਜੀ, ਸੋ ਅੱਗੇ ਚੱਲਦੇ ਹਾਂ 97 फाइंड द स्मॉलेस्ट 4 डिजिट नंबर विच इज़ डिविजिबल बाय
विच इज़ डिविजिबल बाय 18, 24 और 32। ठीक है। सो देखो जी ਇਹਦਾ ਸਮਾਲੈਸਟ ਦੇਖੋ 4 ਡਿਜਿਟ ਸਮਾਲੈਸਟ ਕਿੰਨਾ ਹੋ ਸਕਦਾ ਜੀ 1 0 0 ਇਹੀ ਸਮਾਲੈਸਟ ਹੋ ਸਕਦਾ। ਹੁਣ ਉਹ ਕਹਿ ਰਿਹਾ ਕਿ ਮਤਲਬ ਦੱਸੋ ਕਿ ਇੱਦਾਂ ਦਾ ਕੋਈ ਸਮਾਲੈਸਟ ਦੱਸੋ ਕਿ ਜਿਹਦੇ ਨਾਲ ਕਿ 18 24 ਅਤੇ 32 ਜਿਹੜਾ ਆ ਕਿ ਉਹ ਇਹਦੇ ਨਾਲ ਡਿਵੀਜ਼ੀਬਲ ਹੋਣ। ਸੋ ਦੇਖੋ ਇਹਦਾ ਜਿਹੜਾ ਸਭ ਤੋਂ ਸੌਖਾ ਆਨਸਰ ਸੀਗਾ ਕਿ ਅਸੀਂ ਜਿਵੇਂ ਕਿ ਜਿਸ ਦਾ ਇਹ ਪੇਪਰ ਹੈ ਇਹਨੇ ਕੀਤਾ ਹੋਇਆ, ਪਰ ਇਹਨੇ ਕੋਲ ਹੋਰ ਤਰੀਕੇ ਨਾਲ ਕੀਤਾ। ਅਸੀਂ ਇਹਦਾ ਐਲਸੀਐਮ ਲਵਾਂਗੇ 18 24 ਅਤੇ 32 ਦਾ। ਇਹਦਾ ਜਦੋਂ ਐਲਸੀਐਮ ਲਵਾਂਗੇ ਤਾਂ ਐਲਸੀਐਮ 288 ਆਉਂਦਾ ਐਲਸੀਐਮ। ਠੀਕ ਹੈ। ਸੋ 288 ਐਲਸੀਐਮ ਆਉਂਦਾ ਵਾ। ਤਾਂ ਅਸੀਂ 288 ਦਾ ਕੋਈ ਇੱਦਾਂ ਦਾ ਮਲਟੀਪਲ ਲੱਭਣਾ ਹੈ ਕਿ ਜਿਹੜਾ 1000 ਦੇ ਜਿਹੜਾ ਬਿਲਕੁਲ ਕਰੀਬ ਹੋਵੇ। ਠੀਕ ਹੈ। ਸੋ ਜਦੋਂ ਅਸੀਂ 28 ਦਾ ਜਿਹੜਾ ਮਲਟੀਪਲ ਕਰਦੇ ਹਾਂ ਹੈ ਨਾ, ਤਾਂ ਅਗਰ ਸਾਡੇ ਕੋਲ ਕੋਈ ਵੀ ਜਿਹੜਾ ਇੱਕ ਬਣਦਾ ਹੈ ਨਾ ਰਕਮ, ਤਾਂ ਜਿਹੜਾ ਸਾਡੇ ਕੋਲ ਜਿਹੜਾ ਰਿਮਾਈਂਡਰ ਆਉਂਦਾ ਹੈ ਉਦੋਂ ਉਹਨੂੰ ਡਿਵਾਈਡ ਕਰਨ ਤੋਂ ਬਾਅਦ ਮਤਲਬ ਇਹਦਾ ਕਲੋਜ਼ ਮੰਨ ਲਓ ਅਗਰ ਅਸੀਂ ਇਹਨੂੰ 3 ਨਾਲ ਮਲਟੀਪਲਾਈ ਕਰੀਏ ਜਾਂ ਅਸੀਂ ਮਤਲਬ ਕਿ ਕਲੋਜ਼ ਅਸੀਂ ਲੈ ਕੇ ਆਉਣਾ ਹੈ ਤਾਂ 136 ਜਿਹੜਾ ਰਿਮਾਈਂਡਰ ਬਚਦਾ ਆ। ਠੀਕ ਹੈ। ਸੋ ਇਹਦਾ ਤਰੀਕਾ ਕੀ ਹੁੰਦਾ ਕਿ ਜਿੰਨਾ ਰਿਮਾਈਂਡਰ ਬਚਿਆ ਦੇਖੋ ਜਿਹੜਾ ਸਾਡੇ ਅਕੋਰਡਿੰਗ ਸਮੋਲੈਸਟ ਕਿੰਨਾ ਆ 1000 ਹੈ ਨਾ। ਸੋ ਅਸੀਂ ਕੀ ਕਰ ਸਕਦੇ ਹਾਂ 1000 ਮਾਈਨਸ 136। ਠੀਕ ਹੈ। ਜੋ ਸਾਡਾ ਰਿਮਾਈਂਡਰ ਆਇਆ ਮਾਈਨਸ 136 ਅਤੇ ਐਂਡ ਦੇ ਵਿੱਚ ਪਲੱਸ 288 ਕਰ ਦੇਵਾਂਗੇ ਤਾਂ ਸਾਡਾ ਆਨਸਰ ਕਿੰਨਾ ਆ ਜਾਂਦਾ ਹੈ ਜੀ 1152। ਸੋ ਸਾਡਾ ਇਹੀ ਆਨਸਰ ਜਿਹੜਾ ਹੈ ਸਹੀ ਹੈ। ਠੀਕ ਹੈ। ਸੋ ਇਹ ਸੀ ਆਪਸ਼ਨ ਜਿਹੜਾ ਇਹਦਾ ਬਿਲਕੁਲ ਸਾਡਾ ਸਹੀ ਸੀਗਾ। ਠੀਕ ਹੈ 1152। ਸੋ ਅੱਗੇ ਚੱਲਦੇ ਹਾਂ। ਅਗਲਾ ਸੀਗਾ ਜੀ ਅਕੋਰਡਿੰਗ ਟੂ ਨੈਸ਼ਨਲ ਕਰੀਕੂਲਮ ਫਰੇਮਵਰਕ 2005 developing children ability for mathematician is the main goal of mathematic education, which of the following is correct meaning of mathematician। ठीक है। सो ਜਿਹੜਾ ਤਾਂ A option ਬਿਲਕੁਲ ਸਹੀ ਸੀਗਾ ਜੀ। mathematician is a process of thinking about making sense of world with a mathematical lens। सो 99 क्वेश्चन ਸੀਗਾ ਜੀ कि which of the following term is defined। ठीक है जी। A point line, C plane ਜਾਂ डी ਸੀਗਾ ਜੀ ਡਾਇਗਨਲ ਆਫ ਕੁਆਡਰੀਲੇਟਰ। ਠੀਕ ਹੈ। ਸੋ ਦੇਖੋ ਜਿਹੜਾ ਪੁਆਇੰਟ ਪਲੇਨ ਔਰ ਲਾਈਨ ਹੈ ਇਹ ਅਨਡਿਫਾਈਨ ਹੁੰਦੇ ਨੇ। ਠੀਕ ਹੈ। ਸੋ ਸਿਰਫ ਡੀ ਆਪਸ਼ਨ ਬਚਦੀ ਹੈ। ਡਾਇਗਨਲਸ ਆਫ ਕੁਆਡਰੀਲੇਟਰ ਜਿਹੜੇ ਡਿਫਾਈਨ ਹੁੰਦੇ ਹੈ। ਸੋ ਸਾਡਾ ਡੀ ਆਪਸ਼ਨ ਬਿਲਕੁਲ ਸਹੀ ਹੈ। 100 ਕੁਐਸਚਨ ਦੇਖਦੇ ਹਾਂ ਜੀ। ਅਕੋਰਡਿੰਗ ਟੂ NPA 1986 ਅਪ ਟੂ ਵਟ ਲੈਵਲ ਆਫ ਮੈਥਮੈਟਿਕਸ ਸ਼ੁੱਡ ਬੀ ਕੰਪਲਸਰੀ ਇਨ ਇੰਡੀਅਨ ਸਕੂਲ। ਸੋ ਬੀ ਆਪਸ਼ਨ ਸਹੀ ਹੈ ਜੀ। ਸੈਕੰਡਰੀ ਸਕੂਲ ਜਿਹੜੇ ਹੈ ਉਹ ਕੰਪਲਸਰੀ ਸੀਗੇ। 101 ਕੁਐਸਚਨ ਜਿਹੜਾ ਹੈ ਠੀਕ ਹੈ ਜੀ ਉਹ ਹੈ ਕਿ ਐਜ਼ ਪਰ ਰੈਕਮੈਂਡੇਸ਼ਨ ਆਫ NEP 2020 ਵਟ ਸ਼ੁੱਡ ਬੀ ਦਾ ਲੈਂਗੁਏਜ ਆਫ ਹਾਈ ਕੁਆਲਿਟੀ ਟੈਕਸਟ ਬੁੱਕਸ ਐਂਡ ਟੀਚਿੰਗ ਲਰਨਿੰਗ ਮਟੀਰੀਅਲ ਫॉर ਗ੍ਰੇਡ 7 ਮੈਥਮੈਟਿਕਸ ਸਟੂਡੈਂਟ ਇਨ ਪੰਜਾਬ। ਠੀਕ ਹੈ। ਸੋ ਦੇਖੋ ਇਹਦਾ ਜਿਹੜਾ ਸਹੀ ਆਪਸ਼ਨ ਹੈ ਉਹ B ਸੀਗਾ ਜੀ ਪੰਜਾਬੀ ਐਂਡ ਇੰਗਲਿਸ਼। ਠੀਕ ਹੈ। ਪਰ ਇਹ ਕੁਐਸਚਨ ਦੇ ਵਿੱਚ ਥੋੜ੍ਹਾ ਜਿਹਾ ਓਬਜੈਕਸ਼ਨ ਹੈ। ਸੋ ਠੀਕ ਹੈ ਜੀ ਇਹਨੂੰ ਤੁਸੀਂ ਮਤਲਬ ਆਪਾਂ ਉੱਦਾਂ ਰੱਖ ਸਕਦੇ ਹਾਂ। ਹੁਣ ਤਾਂ ਚਲੋ ਕੋਈ ਫਾਇਦਾ ਨਹੀਂ ਕਿਉਂਕਿ ਪੇਪਰ ਆਨਸਰ ਕੀ ਤਾਂ ਸ਼ਾਇਦ ਨਹੀਂ ਆਉਣਗੀਆਂ, ਪਰ ਫਿਰ ਵੀ ਅਸੀਂ ਇਹਨੂੰ ਆਪਾਂ ਰੱਖ ਸਕਦੇ ਹਾਂ ਓਬਜੈਕਸ਼ਨ ਦੇ ਵਿੱਚ। ਠੀਕ ਹੈ। 102 ਕੁਐਸਚਨ ਆ ਵਿਚ ਟਾਈਪ ਆਫ ਪ੍ਰੋਬਲਮਸ ਆਰ ਬੈਸਟ ਫॉर ਫੈਸਿਲਿਟੇਟਿੰਗ ਕ੍ਰੀਏਟੀਵਿਟੀ ਇਨ ਮੈਥਮੈਟਿਕਸ ਅਮੰਗ ਸਟੂਡੈਂਟ। ਕਿਹੜਾ ਕਹਿੰਦੇ ਆ ਕਿ ਬੈਸਟ ਜਿਹੜੀ ਆ ਬੱਚਿਆਂ ਨੂੰ ਫੈਸਿਲਿਟੀ ਜਿਹੜੀ ਕ੍ਰੀਏਟੀਵਿਟੀ ਦੇਣੀ ਚਾਹੀਦੀ ਹੈ ਅਮੰਗ ਸਟੂਡੈਂਟ ਕਿ ਓਪਨ ਐਂਡਡ ਕਲੋਜ਼ ਐਂਡਡ। ਸੋ ਇਹ ਆਪਾਂ ਹਮੇਸ਼ਾ ਗੱਲ ਕੀਤੀ ਕਿ ਓਪਨ ਐਂਡਡ ਜਿਹੜਾ ਹੈ ਬੈਸਟ ਆਪਸ਼ਨ ਹੈ ਕ੍ਰੀਏਟੀਵਿਟੀ ਲਈ। ਠੀਕ ਹੈ ਜੀ। 103 ਕੁਐਸਚਨ ਆ ਕਲਾਸ ਟੀਚਰ ਐਡਮਿਨਿਸਟ੍ਰੇਟਡ ਕੰਪਿਊਟਰ ਬੇਸਡ ਡਾਇਗਨੋਸਟਿਕ ਟੈਸਟ। ਠੀਕ ਹੈ। ਦੇਖੋ ਜਿੱਥੇ ਡਾਇਗਨੋਸਟਿਕ ਆ ਗਿਆ ਠੀਕ ਹੈ ਉਹਦਾ ਮਤਲਬ ਕੀ ਹੈ ਕਿ ਲਰਨਿੰਗ ਡਿਫਿਕਲਟੀਜ਼ ਇਨ ਮੈਥਮੈਟਿਕਸ ਜਿੱਥੇ ਡਿਫਿਕਲਟੀਜ਼ ਹੁੰਦੀਆਂ। ਸੋ ਡੀ ਆਪਸ਼ਨ ਜਿਹੜਾ ਬਿਲਕੁਲ ਉਹ ਸਹੀ ਹੈ। ਠੀਕ ਹੈ ਜੀ। ਸੋ ਅੱਗੇ ਦੇਖਦੇ ਹਾਂ ਜੀ ਕਹਿੰਦੇ ਆ ਕਿ ਵੈਨ ਸਮਵਨ ਸੇਜ਼ ਗਰਲ ਐਜ਼ ਇਨਕੈਪੇਬਲ ਆਫ ਲਰਨਿੰਗ ਮੈਥਮੈਟਿਕਸ ਇਟ ਇਜ਼ ਇੰਸਟੈਂਸ ਆਫ। ਜਦੋਂ ਕਿ ਕੁੜੀਆਂ ਗਣਿਤ ਸਿੱਖਣ ਵਿੱਚ ਅਸਮਰਥ ਹਨ। ਇਹ ਇੱਕ ਉਦਾਹਰਣ ਹੈ। ਕੀ ਉਦਾਹਰਣ ਹੈ ਕਿ ਪਰਸਨਲ ਓਪੀਨੀਅਨ ਹੈ। ਦੇਖੋ ਪਰਸਨਲ ਓਪੀਨੀਅਨ 10 ਜਣਿਆਂ ਦੇ ਹੋ ਸਕਦੇ 20 ਜਣਿਆਂ ਦੇ ਹੋ ਸਕਦੇ ਹੈ ਨਾ। ਸਮਥਿੰਗ ਦੈਟ ਹੈਜ਼ ਬੀਨ ਪ੍ਰੂਵਡ ਇਹ ਪ੍ਰੂਵਡ ਕੀਤੀ ਹੋਈ ਚੀਜ਼ ਹੈ ਇਹ ਬਿਲਕੁਲ ਗਲਤ ਆ। ਐਕਚੁਅਲ ਅਕਰੈਂਸ ਅਸਲ ਘਟਨਾ ਆ ਇਹ ਵੀ ਗਲਤ ਹੈ। ਸੋ ਇਹਦਾ B ਆਪਸ਼ਨ ਜਿਹੜਾ ਬਿਲਕੁਲ ਸਹੀ ਹੈ ਕਿ ਇਹ ਪ੍ਰਚਲਿਤ ਸਮਾਜਿਕ ਰਵੱਈਏ ਆ ਕਿ ਇੱਕ ਜਿਹੜੀ ਸਟੀਰੀਓਟਾਈਪ ਜਿਹੜੀਆਂ ਚੀਜ਼ਾਂ ਉਹ ਬਣਾ ਦਿੱਤੀਆਂ ਜਾਂਦੀਆਂ ਕਿ ਕੁੜੀਆਂ ਮੈਥ ਦੇ ਵਿੱਚ ਤਾਂ ਕਮਜ਼ੋਰ ਹੀ ਹੁੰਦੀਆਂ ਹੈ ਨਾ, ਜਾਂ ਜਿਵੇਂ ਇੱਕ ਬਣਾਇਆ ਜਾਂਦਾ ਕਿ ਲੜਕੀਆਂ ਕਮਜ਼ੋਰ ਹੁੰਦੀਆਂ ਹੈ ਨਾ, ਅਤੇ ਉਹ ਇੱਕ ਸਮਾਜ ਵੱਲੋਂ ਜਿਹੜਾ ਇੱਕ ਸਟੀਰੀਓਟਾਈਪ ਜਿਹੜਾ ਬਣਾਇਆ ਜਾਂਦਾ। ਠੀਕ ਹੈ ਜੀ। ਸੋ ਇਹਦਾ B ਆਪਸ਼ਨ ਬਿਲਕੁਲ ਸਹੀ ਆ। 105 ਕੁਐਸਚਨ ਆ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨਾਟ
ਐਨ ਐਗਜ਼ਾਮਪਲ ਆਫ ਫੋਰਮੇਟਿਵ ਇਵੈਲੂਏਸ਼ਨ। ਦੇਖੋ ਫੋਰਮੇਟਿਵ ਆਪਾਂ ਹਮੇਸ਼ਾ ਗੱਲ ਕੀਤੀ ਹੈ। ਸੋ ਇਹਨਾਂ ਨੇ ਕੀ ਪੁੱਛਿਆ ਕਿ ਵਿਚ ਇਜ਼ ਨੋਟ ਏ, ਠੀਕ ਹੈ। ਦੇਖੋ ਕੁਆਟਰਲੀ ਜਿਹੜਾ ਆ, ਠੀਕ ਹੈ, ਜਦੋਂ ਕਿ ਜਿਹੜੇ ਤਿਮਾਹੀ ਪ੍ਰੀਖਿਆ ਜਿਹਨੂੰ ਕਹਿ ਦਿੰਦੇ ਆ, ਮਿਡ ਟਰਮ ਪ੍ਰੀਖਿਆ ਆ ਅਤੇ ਹਾਫ ਈਅਰਲੀ, ਇਹ ਸਾਰੀਆਂ ਫੋਰਮੇਟਿਵ ਆ। ਸੋ ਐਨੂਅਲ ਜਿਹੜੀ ਆ ਸਿਰਫ ਐਨੂਅਲ ਹੀ ਫੋਰਮੇਟਿਵ ਨਹੀਂ ਹੈ, ਇਹ ਸੁਮੇਟਿਵ ਆ, ਠੀਕ ਹੈ ਜੀ। ਸੋ ਇਸ ਲਈ ਜਿਹੜਾ ਆ ਆਪਣਾ ਜਿਹੜਾ ਸਹੀ ਆਨਸਰ ਕੀ ਹੋ ਗਿਆ ਜੀ, ਆਪਸ਼ਨ ਨੰਬਰ ਡੀ, ਠੀਕ ਹੈ ਜੀ। ਸੋ ਇਸ ਤੋਂ ਅੱਗੇ ਜਿਹੜੇ ਆ ਜੀ ਉਹ ਸਾਇੰਸ ਦੇ ਕੁਐਸਚਨ ਸੀਗੇ, ਠੀਕ ਹੈ। ਸੋ ਜਿਹੜੇ ਇਸ ਤੋਂ ਅੱਗੇ ਜਿਹੜੇ ਮੈਥਸ ਦੇ ਜਿਹੜੇ ਕੁਐਸਚਨ ਸੀਗੇ ਉਹ ਅੱਗੇ ਜਾ ਕੇ ਆਉਂਦੇ ਆ ਜੀ 136 ਤੋਂ, ਠੀਕ ਹੈ। ਸੋ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਹੈ ਇਹ ਜ਼ਰੂਰ ਚੈੱਕ ਦੇਖ ਲਿਓ, ਹੈ ਨਾ, ਕਿਉਂਕਿ ਕਈ ਜਗ੍ਹਾ ਦੇ ਵਿੱਚ ਸੀਰੀਅਲ ਵਾਈਜ਼ ਸੀਗੇ, ਹੈ ਨਾ, ਪਰ ਕਈ ਜਗ੍ਹਾ ਦੇ ਵਿੱਚ ਜਿਹੜਾ ਨਹੀਂ ਸੀਗੇ, ਹੈ ਨਾ। ਸੋ ਆ ਦੇਖੋ ਹੁਣ ਆ ਗਿਆ ਜੀ 136 ਕੁਐਸਚਨ। ਹੁਣ ਦੇਖੋ ਇਹਦੇ ਵਿੱਚ ਉਹ ਕੀ ਕਹਿੰਦਾ, ਕਹਿੰਦਾ 2 ਡਿਜਿਟ ਨੰਬਰ ਇਜ਼ ਓਬਟੇਨਡ ਬਾਏ ਮਲਟੀਪਲਾਈਂਗ ਦਾ ਸਮ ਆਫ ਡਿਜਿਟ ਬਾਏ 8, ਠੀਕ ਹੈ। ਆਲਸੋ ਦੇਖੋ ਇਹ ਦੋ ਹਿੱਸਿਆਂ 'ਚ ਸਮ ਸੀ, ਮਤਲਬ ਅਸੀਂ ਜਿਹੜੀ ਆ ਪਹਿਲੀ ਲਾਈਨ ਹੈ ਅਸੀਂ ਇਹ ਤੋਂ ਵੀ ਆਨਸਰ ਕੱਢ ਸਕਦੇ ਹਾਂ। ਐਂਡ ਆਲਸੋ ਇਟ ਇਜ਼ ਓਬਟੇਨ ਬਾਏ ਮਲਟੀਪਲਾਈਂਗ ਦਾ ਡਿਫਰੈਂਸ ਆਫ ਦਾ ਡਿਜਿਟ ਬਾਏ 14 ਐਂਡ ਐਡਿੰਗ ਟੂ, ਅਸੀਂ ਇੱਦਾਂ ਵੀ ਆਨਸਰ ਕੱਢ ਸਕਦੇ ਹਾਂ। ਸੋ ਪਹਿਲੇ ਦੇ ਅਕੋਰਡਿੰਗ ਆਪਾਂ ਜੇ ਕੱਢੀਏ ਤਾਂ ਬਿਲਕੁਲ ਆਸਾਨ ਹੈ। ਉਹ ਕਹਿੰਦੇ ਆ ਕਿ ਅ 2 ਡਿਜਿਟ ਨੰਬਰ ਇਜ਼ ਓਬਟੇਨਡ ਬਾਏ ਮਲਟੀਪਲਾਈਂਗ ਦਾ ਸਮ ਆਫ ਡਿਜਿਟ ਬਾਏ 8। ਸੋ ਇਹਦਾ ਆਪਸ਼ਨਸ ਦੇ ਥਰੂ ਆਨਸਰ ਨਿਕਲ ਜਾਣਾ ਸੀਗਾ, ਠੀਕ ਹੈ। ਉਹ ਕੀ ਕਹਿੰਦਾ ਆ ਕਿ ਜਿਹੜਾ ਸਾਡੇ ਕੋਲ ਆਨਸਰ ਦਿੱਤਾ ਹੈ 2 ਡਿਜਿਟ, ਇਹਨਾਂ 2 ਡਿਜਿਟ ਨੂੰ ਐਡ ਕਰਕੇ 8 ਨਾਲ ਅਗਰ ਮਲਟੀਪਲਾਈ ਕਰੀਏ, ਠੀਕ ਹੈ, ਤਾਂ ਉਹ ਜਿਹੜਾ 2 ਡਿਜਿਟ ਨੰਬਰ ਬਣਦਾ, ਠੀਕ ਹੈ। ਸੋ ਅਸੀਂ ਦੇਖਾਂਗੇ ਕਿ ਇਹਨਾਂ 'ਚੋਂ ਕਿਹੜਾ ਬਣਦਾ ਹੈ। ਦੇਖੋ 8 6 14, 14 ਨੂੰ ਅਗਰ ਅਸੀਂ 8 ਨਾਲ ਮਲਟੀਪਲਾਈ ਕਰੀਏ ਤਾਂ ਕਿੰਨਾ ਆਨਸਰ ਆਉਂਦਾ ਹੈ। ਸੋ ਇਹ ਆਪਸ਼ਨਸ ਦੇ ਵਿੱਚ ਨਹੀਂ ਹੈਗਾ, ਹੈ ਨਾ। ਅਤੇ ਉਸ ਤੋਂ ਅੱਗੇ ਦੇਖੋ ਅਗਲਾ ਅਸੀਂ ਦੇਖਦੇ ਹਾਂ ਜੀ, ਅਗਰ 27 ਹੈ, 7 ਅਤੇ 2 9, 7 ਅਤੇ 2 9 ਹੁੰਦਾ ਹੈ ਜੀ, ਠੀਕ ਹੈ। 9 ਨੂੰ ਅਗਰ ਅਸੀਂ 8 ਨਾਲ ਮਲਟੀਪਲਾਈ ਕਰੀਏ ਤਾਂ ਕਿੰਨਾ ਹੁੰਦਾ ਹੈ, 1 ਮਿੰਟ ਜੀ। 2 ਡਿਜਿਟ ਨੰਬਰ ਇਜ਼ ਓਬਟੇਨਡ ਬਾਏ ਮਲਟੀਪਲਾਈਂਗ ਦਾ ਸਮ ਆਫ ਦਾ ਡਿਜਿਟ ਬਾਏ 8, ਠੀਕ ਹੈ ਜੀ। ਸੋ ਜਿਹੜਾ ਇਹਦਾ ਸਹੀ ਆਨਸਰ ਹੈ, ਇਹਦਾ ਸਹੀ ਆਨਸਰ ਜਿਹੜਾ ਸੀਗਾ ਜੀ ਉਹ ਆਪਸ਼ਨ ਨੰਬਰ ਡੀ ਸੀਗਾ ਜੀ 72, ਠੀਕ ਹੈ। 72 ਅਗਰ ਕਿੱਦਾਂ ਆ, ਅਸੀਂ 72 ਨੂੰ ਦੇਖੀਏ ਤਾਂ 7 ਅਤੇ 2 ਕਿੰਨੇ ਹੁੰਦੇ ਜੀ 9, ਠੀਕ ਹੈ। 9 ਨੂੰ ਅਸੀਂ 8 ਨਾਲ ਮਲਟੀਪਲਾਈ ਕਰੀਏ ਤਾਂ ਸਾਡਾ ਆਨਸਰ ਕੀ ਬਣਦਾ ਆ 9 8 ਕਾ 72, ਠੀਕ ਹੈ। ਸੋ ਸਾਡਾ ਜਿਹੜਾ ਇਹ ਆਨਸਰ, ਕਿਉਂਕਿ ਇਹ ਤਾਂ ਨਹੀਂ ਬਣਿਆ, ਠੀਕ ਹੈ, ਕਿਉਂਕਿ ਇਹਦੇ ਅਕੋਰਡਿੰਗ ਵੀ ਸਾਨੂੰ ਪਤਾ ਲੱਗ ਜਾਣਾ ਸੀ, ਪਰ ਸਾਡਾ ਡੀ ਦੇ ਹਿਸਾਬ ਨਾਲ ਬਿਲਕੁਲ ਸਹੀ ਹੈ ਕਿ 7 ਅਤੇ 2 9, ਠੀਕ ਹੈ। ਔਰ 9 ਨੂੰ ਜਦੋਂ 8 ਨਾਲ ਮਲਟੀਪਲਾਈ ਕਰੀਏ ਤਾਂ ਸਾਡਾ 72 ਆਉਂਦਾ ਹੈ, ਕਿਉਂਕਿ ਸਾਡਾ ਆਨਸਰ 72 ਆਉਣਾ ਚਾਹੀਦਾ, ਠੀਕ ਹੈ। ਸੋ ਬੀ ਆਪਸ਼ਨ ਨਹੀਂ ਸੀ, ਸੀ। ਸੋ ਡੀ ਆਪਸ਼ਨ ਸਾਡਾ ਬਿਲਕੁਲ ਸਹੀ ਜਵਾਬ ਆ। 137 ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨੋਟ ਫਾਲਸ। ਨੋਟ ਫਾਲਸ ਜਦੋਂ ਵੀ ਕਿਤੇ ਹੋਵੇ ਤਾਂ ਉਹ 'ਤੇ ਹਮੇਸ਼ਾ ਟਰੂ ਲਿਖ ਲਓ, ਸਭ ਤੋਂ ਬੈਸਟ ਹੈ, ਠੀਕ ਹੈ। ਕਨਫਿਊਜ਼ਨ ਨਹੀਂ ਹੁੰਦੀ, ਠੀਕ ਹੈ। ਅਸੀਂ ਹੁਣ ਇਹਦੇ ਵਿੱਚੋਂ ਬਿਲਕੁਲ ਸਹੀ ਆਪਸ਼ਨ ਦੇਖਣੀ ਹੈ। ਸੋ ਪਹਿਲੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੈ ਕਿ ਦੇਅਰ ਇਜ਼ ਨੋ ਰੈਸ਼ਨਲ ਨੰਬਰ ਵਿਦ ਐਬਸੋਲਿਊਟ ਵੈਲਿਊ ਨੈਗੇਟਿਵ, ਠੀਕ ਹੈ ਜੀ। ਸੋ ਇੱਕੋ ਹੀ ਆਪਸ਼ਨ ਜਿਹੜੀ ਹੈ ਸਹੀ ਸੀ, ਠੀਕ ਹੈ। 137 ਦਾ ਜਿਹੜਾ ਕਿੰਨਾ ਆਨਸਰ ਹੈ ਏ। 138 ਦਾ ਜੀ ਕਹਿੰਦਾ ਕਿ ਇਫ 1/2 ਇਜ਼ ਸਬਟਰੈਕਟਡ ਫਰੋਮ ਅ ਨੰਬਰ, ਠੀਕ ਹੈ, ਐਂਡ ਡਿਫਰੈਂਸ ਇਜ਼ ਮਲਟੀਪਲਾਈ ਬਾਈ 4 ਦਾ ਰਿਜ਼ਲਟ ਇਜ਼ 5, ਫਾਈਂਡ ਦ ਨੰਬਰ। ਸੋ ਬਿਲਕੁਲ ਆਸਾਨ ਸਵਾਲ ਸੀਗਾ। ਕੀ ਕਹਿੰਦਾ ਹੈ ਜੀ 1/2 ਕਹਿੰਦਾ ਹੈ ਅਗਰ ਕਿਸੇ ਨੰਬਰ, ਮੰਨ ਲਓ ਕੋਈ ਇੱਕ ਨੰਬਰ ਹੈ x, ਉਹਦੇ ਵਿੱਚੋਂ 1/2 ਕਹਿੰਦੇ ਮਾਈਨਸ ਕਰੋ ਅਤੇ ਉਹਨੂੰ ਮਲਟੀਪਲਾਈ ਕਰੋ 4 ਨਾਲ ਅਤੇ ਉਹ 5 ਦੇ ਬਰਾਬਰ ਆ, ਠੀਕ ਹੈ। ਇਹਨੂੰ ਜਦੋਂ ਸੋਲਵ ਕਰ ਲਾਂਗੇ ਸਾਡਾ ਆਨਸਰ ਆ ਜਾਏਗਾ। ਦੇਖੋ 4x -2 = 5, ਸੋ 4x = 7 ਔਰ x ਕਿੰਨਾ ਆ ਗਿਆ 7/4। ਸੋ ਬੀ ਆਪਸ਼ਨ ਜਿਹੜਾ ਆਪਣਾ ਬਿਲਕੁਲ ਸਹੀ ਜਵਾਬ ਸੀ, ਠੀਕ ਹੈ ਜੀ। ਸੋ ਅੱਗੇ ਚੱਲਦੇ ਹਾਂ। 139 ਸੀਗਾ ਜੀ ਸਕੈਲਨ, ਠੀਕ ਹੈ ਜੀ, ਇੱਕ ਸਕੇਲਨ ਤ੍ਰਿਕੋਣ ਹੈ, ਠੀਕ ਹੈ। ਸੋ ਸਾਨੂੰ ਪਤਾ ਹੈ ਜੀ ਇਹਦੇ ਵਿੱਚ ਇਹਨਾਂ ਨੇ ਕਿਹਾ ਨੋ ਲਾਈਨ ਆਫ ਸਿਮੈਟਰੀ ਓਨਲੀ 1 ਲਾਈਨ। ਸਾਨੂੰ ਪਤਾ ਹੈ ਕਿ ਜਿਹੜਾ ਸਕੈਲਨ ਹੁੰਦਾ ਹੈ ਉਹ ਕੀ ਹੁੰਦਾ ਹੈ ਕਿ ਜਿਹਦੀ ਕੋਈ ਵੀ ਜਿਹੜੀ ਸਾਈਡ ਹੈ ਉਹ ਬਰਾਬਰ ਨਹੀਂ ਹੁੰਦੀ, ਠੀਕ ਹੈ। ਸੋ ਦੇਅਰ ਇਜ਼ ਨੋ ਲਾਈਨ ਆਫ ਸਿਮੈਟਰੀ ਇਨ ਸਕੇਲਨ ਤ੍ਰਿਕੋਣ, ਠੀਕ ਹੈ ਜੀ। ਸਕੇਲਨ ਟ੍ਰਾਇੰਗਲ ਦੇ ਵਿੱਚ ਕੋਈ ਲਾਈਨ ਆਫ ਸਿਮੈਟਰੀ ਨਹੀਂ ਹੁੰਦੀ, ਠੀਕ ਹੈ। ਸੋ 140 ਦਾ ਜਿਹੜਾ ਹੈ ਜੀ ਸਿਮੈਟਰੀ ਵਾਲਾ ਸੀਗਾ ਕੁਐਸਚਨ, ਠੀਕ ਹੈ। ਇਹਨਾਂ ਨੇ ਪੁੱਛਿਆ ਹੈ ਕਿ ਹੇਠ ਲਿਖੇ ਵਿੱਚੋਂ 1 ਤੋਂ ਵੱਧ ਕ੍ਰਮ ਦੀ ਰੋਟੇਸ਼ਨਲ ਸਮਰੂਪਤਾ ਹੈ, ਠੀਕ ਹੈ। ਸੋ ਦੇਖੋ ਜੀ ਇਹਦੇ ਵਿੱਚ ਸਿਰਫ ਸੀ ਆਪਸ਼ਨ ਨੂੰ ਜਿਹੜਾ ਛੱਡ ਕੇ, ਠੀਕ ਹੈ,
ਸਿਰਫ ਸੀ ਆਪਸ਼ਨ ਨੂੰ ਛੱਡ ਕੇ ਜਿਹੜਾ ਹੈ, ਕਿਉਂਕਿ ਇਹਦੇ ਵਿੱਚ ਇੱਕੋ ਹੀ ਬਣਦੀ ਹੈ ਨਾ, ਸੋ ਇਹਨੂੰ ਛੱਡ ਕੇ ਬਾਕੀ ਸਾਰੀਆਂ ਜਿਹੜੀਆਂ ਆ ਇਹਦਾ ਜਿਹੜਾ ਆਰਡਰ ਆਫ ਜਿਹੜਾ ਆ ਮੋਰ ਦੈਨ 1 ਆ। ਠੀਕ ਹੈ ਜੀ। ਸੋ ਲਾਈਨ ਆਫ ਸਿਮਟਰੀ ਉਹਨਾਂ ਨੇ ਪੁੱਛਿਆ ਸੀਗਾ। ਠੀਕ ਹੈ ਜੀ। ਕਿ ਦੇਖੋ ਜੀ ਇਹਦੀ 4 ਹੈ ਹੈ ਨਾ, ਇਹਦੀ 3 ਹੈ। ਠੀਕ ਹੈ, ਇਹਦੀ ਅਗਰ ਦੇਖਿਆ ਜਾਵੇ ਇਹਦੀ ਵੀ ਇਹ ਵੀ ਡੀ ਦੀ ਵੀ ਹੈ ਨਾ, ਇਹਦੇ ਵਿੱਚ ਥੋੜ੍ਹੀ ਕਨਫਿਊਜ਼ਨ ਹੈ, ਪਰ ਇਹਦੇ ਵਿੱਚ 1 ਤੋਂ ਜ਼ਿਆਦਾ ਹੀ ਆ। ਠੀਕ ਹੈ, ਇਹਦੀ ਵੀ 3 ਹੈ, ਇਹਦੀ ਵੀ 4 ਹੈ ਨਾ। ਸੋ ਸਿਰਫ ਸੀ ਨੂੰ ਛੱਡ ਕੇ ਜਿਹੜਾ ਆ ਦੇਖੋ ਡੀ ਆਪਸ਼ਨ ਬਿਲਕੁਲ ਸਹੀ ਹੈ, A B D E ਔਰ F। 141 ਕੁਐਸਚਨ ਆ ਜੀ। ਦ ਨੰਬਰ ਪਾਈ ਇਜ਼ ਡੈਸ਼। ਪਾਈ ਕੀ ਆ ਜੀ? ਰੈਸ਼ਨਲ ਆ, ਫਰੈਕਸ਼ਨ ਆ, ਇਰਰੈਸ਼ਨਲ ਆ ਜਾਂ ਹੋਲ ਆ। ਸੋ ਪਾਈ ਕੀ ਆ ਜੀ? ਇਰਰੈਸ਼ਨਲ ਨੰਬਰ ਆ। ਠੀਕ ਹੈ ਜੀ। 142 ਹਿੰਦੂ ਅਰੇਬਿਕ ਨੰਬਰਸ ਆਰ ਆਲਸੋ ਕਾਲਡ। ਜਿਹੜੇ ਹਿੰਦੂ ਅਰਬੀ ਸੰਖਿਆਵਾਂ ਨੂੰ ਕੀ ਕਿਹਾ ਜਾਂਦਾ ਹੈ? ਸੋ ਇਹਨਾਂ ਨੂੰ ਦੇਖੋ ਡੈਸੀਮਲ ਨੰਬਰ ਵੈਸੇ ਕਿਹਾ ਜਾਂਦਾ। ਠੀਕ ਹੈ, ਪਰ ਇਹਦੇ ਵਿੱਚ ਇਹ ਹੈ ਕਿ ਥੋੜ੍ਹੀ ਜਿਹੀ ਇਹਦੇ ਵਿੱਚ ਕਨਫਿਊਜ਼ਨ ਆ ਹੈ ਨਾ, ਸੋ ਇਹਨੂੰ ਇਸ ਲਈ ਇਹਨੂੰ ਡਾਊਟ ਦੇ ਵਿੱਚ ਆਪਾਂ ਰੱਖਿਆ ਹੈ। ਠੀਕ ਹੈ ਜੀ। ਸੋ ਵੈਸੇ ਬੀ ਆਪਸ਼ਨ ਹੈ ਇਹਦਾ। ਅਗਲਾ ਜੀ ਵਿਚ ਆਫ ਦ ਫੋਲੋਇੰਗ ਇਜ਼ ਟਰੂ। ਇਹਦੇ ਵਿੱਚੋਂ ਕਿਹੜੀ ਆਪਸ਼ਨ ਜਿਹੜੀ ਟਰੂ ਹੈ? ਠੀਕ ਹੈ, ਸੋ ਇਹਦੇ ਵਿੱਚ ਸਿਰਫ ਸੀ ਆਪਸ਼ਨ ਜਿਹੜੀ ਹੈ ਉਹ ਟਰੂ ਸੀਗੀ ਕਿ ਇਫ ਵੀ ਐਡ ਐਂਡ ਸਬਟਰੈਕਟ ਟੂ ਇਰਰੈਸ਼ਨਲ ਨੰਬਰ ਦਾ ਰਿਜ਼ਲਟ ਇਜ਼ ਆਲਵੇਜ਼ ਇਰਰੈਸ਼ਨਲ। ਠੀਕ ਹੈ, ਸੋ ਸੀ ਆਪਸ਼ਨ ਜਿਹੜਾ ਆ 143 ਦਾ ਜਿਹੜਾ ਸੀਗਾ। ਠੀਕ ਹੈ ਜੀ। ਅੱਗੇ ਚੱਲਦੇ ਆ 144। A cylindrical container with a diameter of 42 contains sufficient water to submerge a rectangle solid of solid with dimension 24 into 14 into 10.5। ठीक है, find the rise in level of water when the solid is submerged। ठीक है, ਸੋ ਇਹਦੇ ਵਿੱਚ ਇਹਦੇ ਵੋਲਿਊਮ ਦਾ ਹੀ ਜਿਹੜਾ ਸਵਾਲ ਸੀਗਾ। ਠੀਕ ਹੈ ਜੀ। ਇਹਦੇ ਵਿੱਚ ਸਿਲਿੰਡਰੀਕਲ ਕੰਟੇਨਰ ਆ। ਠੀਕ ਹੈ, ਜਿਹਦਾ ਬੇਸ ਕਿੰਨਾ ਆ ਜੀ? 42 ਡਾਇਆਮੀਟਰ ਆ ਨਾ, ਮਤਲਬ 21 ਸੈਂਟੀਮੀਟਰ ਉਹਦਾ ਕੀ ਹੋ ਗਿਆ ਜੀ? ਰੇਡੀਅਸ ਹੋ ਗਿਆ। ਠੀਕ ਹੈ, ਸੋ ਸਿਲਿੰਡਰ ਦਾ ਵੋਲਿਊਮ ਇਕੁਅਲ ਟੂ ਕਿਹਦੇ ਕਰ ਦੇਣਾ ਸੀ ਅਸੀਂ? ਜਿਹੜਾ ਆ ਇੱਕ ਰੈਕਟੈਂਗਲ ਸੋਲਿਡ ਆ। ਠੀਕ ਹੈ, ਇਹਨੂੰ ਜਦੋਂ ਅਸੀਂ ਸੋਲਵ ਕਰ ਦਾਂਗੇ ਤਾਂ ਸਾਡੇ ਕੋਲ 2.33 ਜਿਹੜਾ ਆਨਸਰ ਆਏਗਾ। ਸੀ ਆਪਸ਼ਨ ਜਿਹੜਾ ਬਿਲਕੁਲ ਸਹੀ ਹੈ। ਠੀਕ ਹੈ, ਅਗਲਾ ਕੁਐਸਚਨ ਹੈ ਜੀ। 2 ਸਰਕਲਸ ਆਫ ਰੇਡੀਆਈ 5 and 3 ਆਰ concentric। ਕੈਲਕੂਲੇਟ ਦਾ ਲੈਂਥ ਆਫ ਕੌਰਡ ਆਊਟਰ ਸਰਕਲ ਵਿਚ ਟੱਚਿਸ ਦਾ ਇਨਰ। ਠੀਕ ਹੈ, ਸੋ ਦੇਖੋ ਜੀ ਇਹ ਵੀ ਆਸਾਨ ਸੀਗਾ ਸਵਾਲ। ਠੀਕ ਹੈ, ਦੇਖੋ ਜਿਵੇਂ ਉਹ ਕਹਿ ਰਿਹਾ ਸਾਡੇ ਕੋਲ 2 ਸਰਕਲ ਆ। ਠੀਕ ਹੈ, ਕੀ ਕਹਿ ਰਹੇ ਜੀ? ਸਾਡੇ ਕੋਲ 2 ਸਰਕਲ ਆ। ਠੀਕ ਹੈ, ਪਹਿਲਾ ਕਹਿੰਦੇ ਜਿਹੜਾ ਇਨਰ ਆ ਉਹ 3 ਆ ਔਰ ਆਊਟਰ ਵਾਲੇ ਦਾ ਕਿੰਨਾ ਆ? 5 ਆ। ਠੀਕ ਹੈ, ਸੋ ਉਹ ਕੀ ਕਹਿ ਰਿਹਾ ਹੈ? ਕਹਿੰਦੇ ਜਿਹੜਾ ਇੱਕ ਕੌਰਡ ਆ ਜਿਹੜੀ ਇਨਰ ਨੂੰ ਟੱਚ ਕਰਕੇ ਜਾ ਰਹੀ ਆ। ਠੀਕ ਹੈ, ਇਨਰ ਨੂੰ ਟੱਚ ਕਰਕੇ ਜਾ ਰਹੀ ਆ। ਠੀਕ ਹੈ, ਸੋ ਤੁਸੀਂ ਉਹ ਫਾਈਂਡ ਕਰਨੀ ਹੈ। ਠੀਕ ਹੈ, ਸੋ ਦੇਖੋ ਇਹਨੂੰ ਅਸੀਂ ਜੇ ਸੋਲਵ ਕਰਨਾ ਹੋਵੇ ਬਿਲਕੁਲ ਆਸਾਨ ਹੈ। ਇਹਨੂੰ ਅਗਰ ਅਸੀਂ ਇੱਕ ਨਾਮ ਦੇ ਦਈਏ OAB ਨਾਮ ਦੇ ਦਈਏ ਔਰ ਇਹਨੂੰ C ਨਾਮ ਦੇ ਦਈਏ। ਠੀਕ ਹੈ, ਸੋ ਅਸੀਂ ਉਹ ਕਹਿ ਰਹੇ ਕਿ AB ਫਾਈਂਡ ਕਰਨੀ ਆ। ਠੀਕ ਹੈ, AB ਫਾਈਂਡ ਅਸੀਂ ਹੁਣ ਕਿਵੇਂ ਕਰ ਸਕਦੇ ਹਾਂ? ਦੇਖੋ ਅਸੀਂ ਤੇ ਪਾਈਥਾਗੋਰਸ ਨਾਲ ਕਰ ਸਕਦੇ ਹਾਂ। ਠੀਕ ਹੈ, ਕਿੱਦਾਂ ਕਰ ਸਕਦੇ ਹਾਂ? ਦੇਖੋ ਆਹ ਵਾਲੀ ਸਾਨੂੰ ਪੂਰੀ ਲੈਂਥ ਪਤਾ ਹੈ, ਇਹ ਕਿੰਨੀ ਹੈ? ਇਹ 8 ਹੈ। ਠੀਕ ਹੈ, ਇਹ 3 ਹੈ। ਠੀਕ ਹੈ, ਇਹਨੂੰ ਸੋਲਵ ਕਰਕੇ ਅਸੀਂ AC ਫਾਈਂਡ ਕਰ ਸਕਦੇ ਹਾਂ। ਠੀਕ ਹੈ, AC ਕਿੰਨਾ ਜੀ? 4 ਆ ਜਾਏਗਾ। ਠੀਕ ਹੈ, ਪਰ ਉਹਨਾਂ ਨੇ ਕੀ ਕਿਹਾ ਆ? AB ਫਾਈਂਡ ਕਰਨਾ ਹੈ। ਸੋ ਸਾਡੇ ਕੋਲ AC ਹੈ, ਸੋ 4 into 2 ਕਰ ਦੇਣਾ ਸੀ ਸਾਡੇ ਕੋਲ 8। ਸੋ ਸਾਡੇ ਕੋਲ B ਆਪਸ਼ਨ ਜਿਹੜਾ ਹੈ ਸਹੀ ਆਨਸਰ ਸੀਗਾ ਇਹਦਾ। ਠੀਕ ਹੈ ਜੀ, 8। ਠੀਕ ਹੈ ਜੀ। ਸੋ ਅਗਲਾ ਕੁਐਸਚਨ ਹੈ ਜੀ। ਰਾਈਟ 98 ਇਨ ਰੋਮਨ ਨੰਬਰ। ਸੋ ਸਾਡਾ ਇਹਦਾ B ਆਨਸਰ ਜਿਹੜਾ ਬਿਲਕੁਲ ਸਹੀ ਜਵਾਬ ਸੀਗਾ। ਠੀਕ ਹੈ ਜੀ, ਜਿਹਦੇ ਵਿੱਚ ਜਿਹੜਾ C ਆ ਜੀ। ਠੀਕ ਹੈ, ਆਪਾਂ ਨੂੰ ਪਤਾ ਹੈ ਕਿ 8 ਲਾਸਟ ਦੇ ਵਿੱਚ ਆਉਣਾ ਹੀ ਸੀਗਾ ਹੈ ਨਾ। ਸੋ ਜਿਹੜਾ 90 ਨੂੰ ਪਹਿਲਾਂ ਆਪਾਂ 90 ਲਿਖਣਾ ਸੀ। ਸੋ 90 ਨੂੰ ਕਿੱਦਾਂ ਲਿਖਦੇ ਹਾਂ ਜੀ? ਦੇਖੋ ਇਹ 10 ਹੁੰਦਾ ਹੈ। ਠੀਕ ਹੈ, ਔਰ C ਦਾ ਮਤਲਬ ਕੀ ਹੁੰਦਾ ਹੈ ਜੀ? 100। ਠੀਕ ਹੈ, ਸੋ ਇਹਨੂੰ ਅਸੀਂ ਫਿਰ ਇੱਥੇ C ਆਉਣਾ ਸੀਗਾ। ਠੀਕ ਹੈ, ਅਤੇ ਉਸ ਤੋਂ ਬਾਅਦ ਲਾਸਟ ਦੇ ਵਿੱਚ 8 ਆਉਣਾ ਸੀ। ਠੀਕ ਹੈ ਜੀ, ਸੋ B ਆਪਸ਼ਨ ਆਪਣਾ ਬਿਲਕੁਲ ਸਹੀ ਸੀ। 147 ਜਿਹੜਾ ਆਨਸਰ ਹੈ ਜੀ ਉਹ D ਆਪਸ਼ਨ ਬਿਲਕੁਲ ਸਹੀ ਸੀਗਾ। ਠੀਕ ਹੈ, ਜਿਹਦੇ ਵਿੱਚ ਉਹ ਕੀ ਕਹਿ ਰਹੇ ਆ ਕਿ ਪਹਿਲਾ ਸੀਗਾ ਕਿ ਅ ਟੈਂਜੈਂਟ ਟੂ ਅ ਸਰਕਲ ਇੰਟਰਸੈਕਟ ਇਟ। ਠੀਕ ਹੈ, ਟੈਂਜੈਂਟ ਟੂ ਏ ਸਰਕਲ ਇੰਟਰਸੈਕਟ ਇਟ ਇਨ ਡੈਸ਼ ਪੁਆਇੰਟ। ਸੋ ਇਹਦਾ ਇੱਕੋ ਪੁਆਇੰਟ ਆਉਂਦਾ ਜੀ, ਟੈਂਜੈਂਟ ਇੱਕੋ ਪੁਆਇੰਟ 'ਤੇ ਜਿਹੜਾ ਟੱਚ ਕਰਦਾ। ਠੀਕ ਹੈ, ਸੋ ਪਹਿਲੇ ਤਾਂ ਜਿਹੜਾ 3 ਆਉਣਾ ਸੀ, ਸੋ ਉੱਥੋਂ ਹੀ ਆਨਸਰ ਆ ਜਾਣਾ ਸੀਗਾ। ਠੀਕ ਹੈ ਜੀ, ਉਹ ਤੋਂ ਫਿਰ ਬਾਅਦ 'ਚ ਲਾਈਨ ਇੰਟਰਸੈਕਟਿੰਗ ਅ ਸਰਕਲ ਇਨ 2 ਪੁਆਇੰਟ 'ਤੇ ਕਰਦੇ ਉਹਨੂੰ ਕੀ ਕਹਿੰਦੇ ਆ ਜੀ? ਉਹਨੂੰ
ਸੈਕਿੰਡ ਕਹਿੰਦੇ ਆ, ਠੀਕ ਹੈ। ਉਸ ਤੋਂ ਬਾਅਦ ਉਹਨੇ ਪੁੱਛਿਆ ਸੀ ਅ ਸਰਕਲ ਕੈਨ ਹੈਵ ਡੈਸ਼ ਪੈਰਲਲ ਟੈਂਜੈਂਟ, ਸੋ 2 ਇਹਦਾ ਜਿਹੜਾ ਆਨਸਰ ਆਉਣਾ ਸੀਗਾ 4 ਆਉਣਾ ਸੀ। ਸੋ ਇਹਦੇ ਅਕੋਰਡਿੰਗ ਦੇਖੋ 4 1 3 1 4, ਸੋ ਡੀ ਆਪਸ਼ਨ ਜਿਹੜਾ ਬਿਲਕੁਲ ਸਾਡਾ ਸਹੀ ਜਵਾਬ ਸੀ। 148 ਸੀਗਾ ਕੁਐਸਚਨ ਕਿ ਐਂਡ ਇੰਡੀਕੇਟ ਲਿਸਟ ਸੀਗਾ ਇਹ ਵੀ, ਠੀਕ ਹੈ। ਇਹਦੇ ਵਿੱਚ ਕਰਨਾ ਸੀ, ਸੋ ਤੁਹਾਨੂੰ ਪਤਾ ਮਿਡਲ ਸਕੋਰ ਕੀ ਹੁੰਦਾ, ਮਿਡਲ ਸਕੋਰ ਹੁੰਦਾ ਜੀ ਮੀਡੀਅਨ। ਸੋ ਪਹਿਲੇ ਦਾ ਆਉਣਾ ਸੀ 2, ਠੀਕ ਹੈ। ਇਹਦੇ ਵਿੱਚ 2 ਆਪਸ਼ਨ ਹੈਗੀਆਂ। ਫਿਰ ਅਸੀਂ ਅਰਿਥਮੈਟਿਕ ਐਵਰੇਜ, ਅਰਿਥਮੈਟਿਕ ਐਵਰੇਜ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਮੀਨ ਕਹਿ ਦਿੰਦੇ ਹਾਂ। ਸੋ 2 3, ਠੀਕ ਹੈ। ਸੋ ਉਸ ਤੋਂ ਅੱਗੇ ਸੀਗਾ ਜੀ ਮੋਸਟ ਫ੍ਰੀਕੁਐਂਟਲੀ ਅਕਰਿੰਗ, ਸਭ ਤੋਂ ਵੱਧ ਆਉਣ ਵਾਲਾ ਉਹ ਹੁੰਦਾ ਹੈ ਜੀ ਮੋਡ। ਸੋ 2 3 4, ਦੇਖੋ 2 3 4 ਬੀ ਆਪਸ਼ਨ 'ਚ ਸੀਗਾ, ਸੋ ਸਾਡਾ ਬੀ ਆਪਸ਼ਨ ਸਹੀ। ਅਗਲਾ ਸੀਗਾ ਜੀ ਪ੍ਰੈਜੈਂਟ ਏਜ ਆਫ ਅਨੂ ਐਂਡ ਰਾਜ ਆਰ ਇਨ ਦਾ ਰੇਸ਼ੋ ਆਫ 4/5, ਠੀਕ ਹੈ। ਦੇਖੋ 4/5 ਆਪਾਂ ਇਹਨੂੰ ਇੱਦਾਂ ਲਿਖ ਸਕਦੇ ਹਾਂ 4x/4/5 ਜਿਹੜਾ ਰੇਸ਼ੋ ਦੇ ਵਿੱਚ। ਕਹਿੰਦੇ ਕਿ 8 ਈਅਰ ਆਫਟਰ 8 ਈਅਰ +8 ਇਕੁਅਲ ਟੂ ਕਿੰਨੀ ਹੈ ਰੇਸ਼ੋ, ਕਹਿੰਦੇ 5/6। ਕਹਿੰਦੇ ਫਾਈਂਡ ਦਾ ਪ੍ਰੈਜੈਂਟ ਏਜ ਆਫ ਰਾਜ, ਠੀਕ ਹੈ ਜੀ। ਇਹਨੂੰ ਦੇਖੋ, ਇਹਨੂੰ ਜੇ ਤੁਸੀਂ ਸੋਲਵ ਕਰ ਲਾਂਗੇ ਸਾਡੇ ਕੋਲ x ਦੀ ਵੈਲਿਊ ਆ ਜਾਏਗੀ। ਸੋ x ਦੀ ਵੈਲਿਊ ਕਿੰਨੀ ਆਏਗੀ ਸਾਡੇ ਕੋਲ 8, ਠੀਕ ਹੈ। ਤੁਸੀਂ ਇਹਨੂੰ ਦੇਖ ਕੇ ਸੋਲਵ ਕਰ ਸਕਦੇ ਹਾਂ। ਸੋ 8 ਆਏਗੀ। ਦੇਖੋ ਜਿਹੜਾ ਸਾਡੇ ਕੋਲ ਅਨੂ ਸੀ, ਅਨੂ ਦੀ ਏਜ ਸੀਗੀ 4x, ਮਤਲਬ 8 ਚੌਕਾ 32, ਠੀਕ ਹੈ। ਅਤੇ ਜਿਹੜਾ ਰਾਜ ਸੀਗਾ, ਰਾਜ ਦੀ ਕਿੰਨੀ ਸੀ ਜੀ 5x, ਮਤਲਬ 8 5 ਕਾ 40। ਉਹਨੇ ਕੀ ਪੁੱਛਿਆ ਆ ਕਿ ਪ੍ਰੈਜੈਂਟ ਏਜ ਆਫ ਰਾਜ, ਰਾਜ ਦੀ ਕਿੰਨੀ ਹੈ ਦੇਖੋ 40। ਸੋ ਆਪਸ਼ਨ ਸੀ ਬਿਲਕੁਲ ਸਾਡਾ ਸਹੀ ਜਵਾਬ, ਠੀਕ ਹੈ ਜੀ। ਸੋ ਅਗਲਾ ਕੁਐਸਚਨ ਦੇਖਦੇ ਹਾਂ ਜੀ, ਦਾ ਮੀਨ ਆਫ ਨੰਬਰਸ 6y7x ਐਂਡ 14 ਇਜ਼ 8 ਐਕਸਪ੍ਰੈਸ y ਇਨ ਟਰਮ ਆਫ x, ਠੀਕ ਹੈ। ਇਹ ਵੀ ਬਹੁਤ ਆਸਾਨ ਸਵਾਲ ਸੀਗਾ। ਦੇਖੋ ਜੀ ਕਹਿੰਦਾ ਕਿ ਕੁਛ ਨੰਬਰਸ ਇਹਦੀ ਮੀਨ ਕਿੰਨੀ ਆ 8, ਮਤਲਬ ਦੇਖੋ ਕਿਵੇਂ ਹੋਏਗਾ ਇਹ 6 + y + 7 + x + 14 ਕਿੰਨੀ ਹੈ ਜੀ 8 ਆ। ਕਹਿੰਦੇ ਮਤਲਬ ਉਹਨੇ ਕਿੰਨੇ ਟੋਟਲ ਟਰਮਸ ਕਿੰਨੀ ਹੈ ਜੀ 3 4 5, ਮਤਲਬ 4 'ਚ 5 ਆਵੇਗਾ। ਹੁਣ ਇਹਨੂੰ ਸੋਲਵ ਕਰ ਲਾਂਗੇ। ਸਾਡੇ ਕੋਲ ਅਸੀਂ ਕੀ ਕਰਨਾ ਹੈ, y ਇਨ ਦਾ ਫਾਰਮ ਆਫ x ਫਾਈਂਡ ਕਰਨਾ ਹੈ, ਠੀਕ ਹੈ। ਦੇਖੋ ਇਹਨੂੰ ਜਦੋਂ ਸੋਲਵ ਕਰਾਂਗੇ ਸਾਡੇ ਕੋਲ ਕਿੰਨਾ ਬਣ ਜਾਏਗਾ, ਦੇਖੋ 8 5 40, ਠੀਕ ਹੈ। ਆਪਾਂ ਇੱਥੇ ਇਹ ਮਤਲਬ ਉੱਧਰ ਚੱਲ ਕੇ 40 ਹੋ ਗਿਆ। ਇਸ ਤੋਂ ਬਾਅਦ ਦੇਖ ਸਕਦੇ ਹਾਂ, ਦੇਖੋ 14 ਅਤੇ 6 ਕਿੰਨੇ ਹੋ ਗਏ 20 20 ਅਤੇ 27, ਮਤਲਬ y + x ਕਿੰਨਾ ਹੋ ਗਿਆ 27 27 ਉੱਧਰ ਜਾ ਕੇ ਮਾਈਨਸ ਦਾ ਹੋ ਗਿਆ ਜੀ। 40 'ਚੋਂ 27 ਗਏ ਕਿੰਨੇ ਹੁੰਦੇ ਆ ਜੀ 13। ਸੋ ਸਾਡੇ ਕੋਲ ਕਿੰਨਾ ਆ ਗਿਆ ਜੀ y + x = 13 ਆ ਗਿਆ। ਉਹਨੇ ਕੀ ਕਿਹਾ y ਇਨ ਟਰਮ ਆਫ x ਕੱਢੋ। ਸੋ y ਕਿੰਨਾ ਆ ਗਿਆ ਸਾਡੇ ਕੋਲ 13 - x। ਸੋ ਇਹ ਆਪਸ਼ਨ ਸੀ ਬਿਲਕੁਲ ਸਹੀ ਜਵਾਬ ਸੀ, ਠੀਕ ਹੈ ਜੀ। ਸੋ ਇਹ ਸਾਡੇ ਜਿਹੜੇ ਸਮ ਸੀਗੇ, ਠੀਕ ਹੈ ਜੀ। ਸੋ ਮੈਥਸ ਦੇ ਵਿੱਚ ਸੋ ਤੁਸੀਂ ਉਮੀਦ ਹੈ ਕਿ ਤੁਸੀਂ ਇਹਦੇ ਵਿੱਚ ਸਾਰੇ ਦੇਖ ਲਏ ਹੋਣਗੇ, ਠੀਕ ਹੈ, ਕਿ ਤੁਹਾਡੇ ਕਿਹੜੇ ਕਿਹੜੇ ਜਿਹੜੇ ਸਹੀ ਨੇ, ਹੈ ਨਾ। ਸੋ ਆਪਾਂ ਇਹਦੇ ਵਿੱਚੋਂ ਮੇਨ ਮਕਸਦ ਇਸ ਵੀਡੀਓ ਦਾ ਇਹੀ ਹੈ, ਕਿਉਂਕਿ ਹੁਣ ਤਾਂ ਚਲੋ ਕੁਛ ਆਉਣਾ ਨਹੀਂ, ਹੈ ਨਾ, ਕਿ ਪੇਪਰ ਦੀ ਕੋਈ ਨੋਟੀਫਿਕੇਸ਼ਨ ਆਊਗੀ ਉਹਦੀ ਸਾਡਾ ਕਲੀਅਰ ਹੋਵੇਗਾ, ਠੀਕ ਹੈ। ਪਰ ਇੰਨਾ ਤਾਂ ਜ਼ਰੂਰ ਹੈ ਚਲੋ ਕਿ ਕੈਂਸਲ ਹੋ ਚੁੱਕਾ ਹੈ ਪੇਪਰ, ਹੈ ਨਾ। ਸੋ ਆਪਾਂ ਫਿਰ ਵੀ ਆਪਾਂ ਸਿਰਫ ਇਹਦਾ ਮੋਟਿਵ ਕਰਨ ਦਾ ਇਹੀ ਸੀਗਾ ਕਿ ਅਸੀਂ ਆਪਣੀਆਂ ਗਲਤੀਆਂ ਵੱਲ ਧਿਆਨ ਦਈਏ, ਠੀਕ ਹੈ। ਕਿਉਂਕਿ ਅਗਲੀ ਵਾਰ ਜਿਹੜਾ ਐਗਜ਼ਾਮ ਹੋਣਾ ਅਸੀਂ ਉਹਦੇ ਵਿੱਚ ਜਿਹੜੀਆਂ ਬਿਲਕੁਲ ਵੀ ਅਸੀਂ ਗਲਤੀਆਂ ਨਹੀਂ ਕਰ ਸਕਦੇ, ਹੈ ਨਾ। ਹੁਣ ਤਾਂ ਚਲੋ ਜਿਹੜੀ ਗਲਤੀ ਹੋ ਗਈ, ਕਈਆਂ ਦਾ ਪੇਪਰ ਵਧੀਆ ਹੋਵੇਗਾ, ਨੁਕਸਾਨ ਸਾਰਿਆਂ ਦਾ ਹੀ ਹੈ ਨਾ। ਸੋ ਕਈਆਂ ਦਾ ਪੇਪਰ ਵਧੀਆ ਹੋਏਗਾ, ਕਈਆਂ ਦਾ ਨਹੀਂ ਵਧੀਆ ਹੋਇਆ ਹੋਊਗਾ, ਹੈ ਨਾ। ਸੋ ਜਿਨ੍ਹਾਂ ਦਾ ਨਹੀਂ ਵਧੀਆ ਹੋਊਗਾ ਉਹਦਾ ਕਾਰਨ ਜਿਹੜਾ ਆਪਾਂ ਇਸ ਵੀਡੀਓ ਰਾਹੀਂ ਦੇਖ ਸਕਦੇ ਹਾਂ ਕਿ ਸਾਡੀਆਂ ਗਲਤੀਆਂ ਜਿਹੜੀਆਂ ਆ ਉਹ ਕਿੱਥੇ ਕਿੱਥੇ ਹੋਈਆਂ, ਠੀਕ ਹੈ ਜੀ। ਸੋ ਮੈਨੂੰ ਉਮੀਦ ਹੈ ਤੁਸੀਂ ਵੀਡੀਓ ਦੇ ਅਖੀਰ ਤੱਕ ਜਿਹੜੇ ਬਣੇ ਰਹੇ ਹੋਣਗੇ, ਅਤੇ ਤੁਹਾਡੇ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।